वाहिगुरु जी का खालसा वाहिगुरु जी की फतेह। प्यारे बच्चों, अज असी करांगे लेख ते लेख लिखण तो पहला असी गल करांगे लेख रचना बारे। बहुत ही महत्वपूर्ण गल्लां जिहड़ियां तुहानूं पता होणीआं चाहीदियां ने। हाँ जी बच्चों, ਜਦੋਂ ਅਸੀਂ ਕਿਸੇ ਵੀ ਵਿਸ਼ੇ ਉੱਪਰ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹਾਂ ਉਸ ਨੂੰ ਲੇਖ ਲਿਖਣਾ ਕਿਹਾ ਜਾਂਦਾ ਹੈ। ਤੇ ਕਿਸੇ ਵੀ ਵਿਸ਼ੇ ਉੱਪਰ ਤੁਸੀਂ ਜਦੋਂ ਵੀ ਲੇਖ ਲਿਖਣਾ ਹੋਵੇ ਤੁਹਾਨੂੰ ਉਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਇਹ ਜਾਣਕਾਰੀ ਅਧਿਆਪਕ, ਕਿਤਾਬਾਂ, ਇੰਟਰਨੈਟ, ਅਖਬਾਰਾਂ ਕਿਤੋਂ ਵੀ ਪ੍ਰਾਪਤ ਕਰ ਸਕਦੇ ਹੋ। ਪਹਿਲਾਂ ਉਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ, ਫਿਰ ਕਿ ਲੇਖ ਲਿਖਣਾ ਕਿਵੇਂ ਹੈ, ਲਿਖਣ ਦਾ ਢੰਗ ਕੀ ਹੋਣਾ ਚਾਹੀਦਾ ਹੈ, ਤਾਂ ਕਿ ਤੁਹਾਡਾ ਜਿਹੜਾ ਲਿਖਿਆ ਹੋਇਆ ਲੇਖ ਹੈ ਉਹ ਬੜਾ ਪ੍ਰਭਾਵਸ਼ਾਲੀ ਹੋ ਸਕੇ ਤੇ ਦੂਸਰੇ ਦੇ ਉੱਪਰ ਵਧੀਆ ਪ੍ਰਭਾਵ ਆਪਣਾ ਪਾ ਸਕੇ। ਹਾਂਜੀ ਬੱਚਿਓ, ਹੁਣ ਅਸੀਂ ਦੇਖਾਂਗੇ ਇੱਕ ਚੰਗਾ ਲੇਖ ਲਿਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 1, ਲੇਖ ਵਿੱਚ ਵਿਸ਼ੇ ਅਨੁਸਾਰ ਹੀ ਗੱਲਾਂ ਲਿਖੀਆਂ ਜਾਣ। ਜਿਹੜਾ ਵਿਸ਼ਾ ਹੈ ਉਹੀ ਗੱਲਾਂ ਹੋਣੀਆਂ ਚਾਹੀਦੀਆਂ ਨੇ, ਬਾਹਰ ਨਹੀਂ ਜਾਣਾ। ਨੰਬਰ 2, ਲੇਖ ਦੇ ਵਾਕ ਛੋਟੇ ਛੋਟੇ ਹੋਣੇ ਚਾਹੀਦੇ ਹਨ। बड़े ही प्रभावशाली ते छोटे वाकां दी वरतों करनी चाहिदी है। नंबर 3, लेख नूं पैरिਆਂ ਵਿੱਚ लिखना चाहिदा है। हर विचार नूं नवें पैरे ਵਿੱਚ लिखना चाहिदा है। पहला एक पैरा फिर दूसरा पैरा, मतलब एक विचार एक पैरे ਵਿੱਚ, ਜੇ ਤੁਸੀਂ दूसरा विचार लिखना है दूसरे पैरे ਵਿੱਚ होना चाहिदा है। नंबर 4, लेख विचली भाषा सरल, स्पष्ट ਤੇ ਸ਼ੁੱਧ ਹੋਣੀ ਚਾਹੀਦੀ ਹੈ। ਜਿਹੜੀ ਤੁਸੀਂ ਭਾਸ਼ਾ ਦੀ ਵਰਤੋਂ ਕਰਨੀ ਹੈ ਉਹ ਦੂਸਰਿਆਂ ਨੂੰ ਸਮਝ ਆਉਣ ਵਾਲੀ ਹੋਵੇ, ਸਰਲ ਹੋਵੇ, ਸਪਸ਼ਟ ਹੋਵੇ ਤੇ ਸ਼ੁੱਧ ਹੋਵੇ। ਕੋਈ ਗੁੰਝਲਦਾਰ ਭਾਸ਼ਾ ਦੀ ਵਰਤੋਂ ਨਹੀਂ ਕਰਨੀ। ਨੈਕਸਟ ਹੈ, ਲੇਖ ਵਿੱਚ ਅਖਾਣਾਂ ਤੇ ਮੁਹਾਵਰਿਆਂ ਦੀ ਢੁਕਵੀਂ ਵਰਤੋਂ ਕਰਨੀ ਚਾਹੀਦੀ ਹੈ। ਅਖਾਣ ਤੇ ਮੁਹਾਵਰੇ ਜਿਹੜੇ ਨੇ ਤੁਹਾਡੀ ਲਿਖਤ ਨੂੰ ਸ਼ਿੰਗਾਰ ਦਿੰਦੇ ਨੇ, ਸੋ ਇਸ ਕਰਕੇ ਅਖਾਣ ਤੇ ਮੁਹਾਵਰਿਆਂ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਢੁਕਵੀਂ ਵਰਤੋਂ ਕਰਨੀ ਚਾਹੀਦੀ ਹੈ। ਲੇਖ ਵਿੱਚ ਮਹਾਂਪੁਰਸ਼ਾਂ ਤੇ ਵਿਦਵਾਨਾਂ ਦੇ ਕਥਨਾਂ ਤੇ ਇਤਿਹਾਸਿਕ ਮਿਥਿਹਾਸਿਕ ਹਵਾਲਿਆਂ ਨੂੰ ਵਰਤ ਲੈਣਾ ਚਾਹੀਦਾ ਹੈ। ਭਾਵ ਜਿਵੇਂ ਤੁਸੀਂ ਕੋਈ ਵੀ ਲੇਖ ਲਿਖ ਰਹੇ ਹੋ ਤੇ ਉਸ ਬਾਰੇ ਜਿਹੜੇ ਵੀ ਮਹਾਂਪੁਰਸ਼ਾਂ ਦੇ ਬਚਨ ਨੇ ਜਾਂ ਵਿਦਵਾਨਾਂ ਦਾ ਕੋਈ ਕਥਨ ਹੈ, ਜਿਵੇਂ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਜਾਂ ਹੋਰ ਵੀ ਬਹੁਤ ਸਾਰੇ ਕਥਨ ਨੇ, ਬਾਬਾ ਫਰੀਦ ਜੀ ਦੇ ਕਥਨ ਨੇ, ਬਾਬਾ ਕਬੀਰ ਜੀ ਦੇ, ਜਾਂ ਇਸ ਤਰ੍ਹਾਂ ਵਿਦਵਾਨ ਬੁੱਲੇ ਸ਼ਾਹ ਜਾਂ ਹੋਰ ਵੀ ਕਈ ਜਿਹੜੇ ਵਿਦਵਾਨ ਹੋਏ ਨੇ, ਜਾਂ ਕੋਈ ਇਤਿਹਾਸਿਕ ਮਿਥਿਹਾਸਿਕ ਜਿਹੜੇ ਸਾਨੂੰ ਹਵਾਲੇ ਮਿਲਦੇ ਨੇ ਉਹਨਾਂ ਨੂੰ ਵਰਤ ਲੈਣਾ ਚਾਹੀਦਾ ਹੈ। ਲੇਖ ਦਾ ਆਰੰਭ ਅਤੇ ਅੰਤ ਬਹੁਤ ਹੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਪੜ੍ਹਨ ਲਈ ਮਜਬੂਰ ਹੋਏ ਕਿ ਹਾਂ ਕੀ ਲਿਖਿਆ ਹੋਇਆ ਹੈ। ਲੇਖ ਵਿਚਲੇ ਸਾਰੇ ਵਿਚਾਰ ਇੱਕ ਤਰਤੀਬ ਵਿੱਚ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਲੇਖ ਵਿਚਲੇ ਸਾਰੇ ਵਿਚਾਰ ਤਰਤੀਬ ਭਾਵ ਕਿ ਪਹਿਲਾਂ ਜਨਮ, ਮਾਤਾ ਪਿਤਾ, ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਲਿਖਣਾ ਹੈਗਾ ਕਿ ਪਹਿਲਾਂ ਤੁਸੀਂ ਉਸ ਦੀ ਵਿਦਿਆ ਲਿਖੋ ਫਿਰ ਜਨਮ ਲਿਖੋ, ਇਸ ਤਰ੍ਹਾਂ ਗਲਤ ਹੋਏਗਾ। ਤਰਤੀਬ ਦੇ ਅਨੁਸਾਰ ਹੀ ਤੁਸੀਂ ਲੇਖ ਵਿੱਚ ਲਿਖੋਗੇ ਤੇ ਆਪਣੇ ਵਿਚਾਰਾਂ ਨੂੰ ਪੂਰਾ ਜੋੜਨਾ ਚਾਹੀਦਾ ਹੈ ਜਿਵੇਂ ਮੋਤੀ ਮਾਲਾ ਵਿੱਚ ਪਰੋਏ ਹੋਣ। ਅਸੀਂ ਲਿਖਾਂਗੇ ਲੇਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਆਰੰਭ ਕਰਨ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋ ਕਥਨ ਹੈ ਉਹ ਲਿਖਾਂਗੇ। ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਹਾਂਜੀ, ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਲੇਖ ਦੀ ਭੂਮਿਕਾ। ਭੂਮਿਕਾ ਦੇ ਵਿੱਚ ਬੱਚੇ ਸਭ ਤੋਂ ਪਹਿਲਾਂ ਭੂਮਿਕਾ ਦਿੱਤੀ ਜਾਂਦੀ ਹੈ। ਭੂਮਿਕਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਅਸੀਂ ਕਿਸ ਬਾਰੇ ਲੇਖ ਲਿਖ ਰਹੇ ਹਾਂ, ਠੀਕ ਹੈ, ਉਹਨਾਂ ਦੇ ਮਹਾਨ ਕੰਮ ਜਾਂ ਉਹਨਾਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ 2-3 ਲਾਈਨਾਂ ਭੂਮਿਕਾ ਜਿਹੜੀ ਹੈ ਉਹ ਦੱਸੀ ਜਾਂਦੀ ਹੈ ਸਾਰੀ। ਨੰਬਰ 2 ਹੈ, ਅਸੀਂ ਜਿਵੇਂ ਹੁਣ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲੇਖ ਲਿਖਣਾ ਹੈ, ਫਿਰ ਅਸੀਂ ਕਿੱਥੋਂ ਸ਼ੁਰੂ ਕਰਾਂਗੇ? ਜਨਮ ਤੋਂ, ਠੀਕ ਹੈ। ਜਨਮ ਅਤੇ ਮਾਤਾ ਪਿਤਾ, ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜਨਮ ਅਤੇ ਮਾਤਾ ਪਿਤਾ, ਤਾਂ ਹੀ ਸਾਡੀ ਤਰਤੀਬ ਬਣੇਗੀ। ਜੇਕਰ ਅਸੀਂ ਪਹਿਲਾਂ ਵਿਦਿਆ ਲਿਖਾਂਗੇ ਤਾਂ ਫਿਰ ਸਾਡੀ ਕੋਈ ਤਰਤੀਬ ਨਹੀਂ ਬਣੇਗੀ। ਪਹਿਲਾਂ ਅਸੀਂ ਉਹਨਾਂ ਬਾਰੇ ਛੋਟੀ ਭੂਮਿਕਾ ਵਿੱਚ ਜਾਣਕਾਰੀ ਦੇ ਦਿੱਤੀ, ਫਿਰ ਅਸੀਂ ਜਨਮ ਅਤੇ ਮਾਤਾ ਪਿਤਾ ਦੱਸਾਂਗੇ। ਉਸ ਤੋਂ ਬਾਅਦ ਅਸੀਂ ਵਿਦਿਆ ਪ੍ਰਾਪਤੀ, ਕਿ ਉਹਨਾਂ ਨੇ ਵਿਦਿਆ ਕਿੱਥੋਂ ਪ੍ਰਾਪਤ ਕੀਤੀ ਸੀ ਉਸ ਬਾਰੇ ਦੱਸਾਂਗੇ। ਉਸ ਤੋਂ ਬਾਅਦ ਆਏਗਾ ਗੁਰਗੱਦੀ, ਠੀਕ ਹੈ, ਤੇ ਗੁਰਗੱਦੀ ਜਿਹੜੀ ਸੀ ਗੁਰੂ ਜੀ ਨੂੰ ਕਦੋਂ ਪ੍ਰਾਪਤ ਹੋਈ ਸੀ, ਕਿੰਨੇ ਸਾਲ ਦੀ ਉਮਰ ਵਿੱਚ, ਤੇ ਕਿਹੜੇ ਗੁਰੂ ਸਾਹਿਬਾਨ ਨੇ ਗੁਰਗੱਦੀ ਬਖਸ਼ੀ ਸੀ, ਇਹ ਸਾਰਾ ਕੁਝ ਅਸੀਂ ਗੁਰਗੱਦੀ ਜਿਹੜਾ ਪੈਰਾ ਹੈ ਇਹਦੇ ਵਿੱਚ ਲਿਖਾਂਗੇ। ਕਿਉਂਕਿ ਹਰ ਇੱਕ ਨਵਾਂ ਵਿਚਾਰ ਨਵੇਂ ਪੈਰੇ ਵਿੱਚ ਲਿਖਣਾ ਹੁੰਦਾ ਹੈ, ਇਸ ਲਈ
ਅਗਲਾ ਪੈਰਾ ਅਸੀਂ ਲਿਖਾਂਗੇ ਖਾਲਸਾ ਪੰਥ ਦੀ ਸਾਜਨਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਵੀ ਸਾਜਨਾ ਕੀਤੀ ਸੀ। ਇਸ ਲਈ ਇਸ ਪੈਰੇ ਵਿੱਚ ਅਸੀਂ ਸਾਰਾ ਕੁਝ ਕਦੋਂ ਕੀਤੀ ਗਈ, ਠੀਕ ਹੈ, ਖਾਲਸਾ ਪੰਥ ਦੀ ਸਾਜਨਾ ਵਿਸਾਖੀ ਵਾਲੇ ਦਿਨ, ਹਾਂਜੀ, ਕਿੰਨੀ ਸਨ, ਕਿੰਨੀ ਈਸਵੀ, ਕਿਵੇਂ ਕੀਤੀ, ਸਾਰਾ ਕੁਝ ਅਸੀਂ ਉਸ ਵਿੱਚ ਲਿਖਾਂਗੇ। ਉਸ ਤੋਂ ਬਾਅਦ ਅਸੀਂ ਲੜਾਈਆਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਲੜਾਈਆਂ ਲੜੀਆਂ। ਫਿਰ ਗੁਰਬਾਣੀ ਰਚਨਾ, ਭਾਵ ਗੁਰੂ ਜੀ ਨੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਸੀ, ਕਿਹੜੀ ਗੁਰਬਾਣੀ ਦੀ ਰਚਨਾ ਕੀਤੀ ਹੈ ਉਸ ਬਾਰੇ ਲਿਖਾਂਗੇ। ਫਿਰ ਜੋਤੀ ਜੋਤ ਸਮਾਉਣਾ, ਤੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਦੋਂ ਸਮਾਏ ਸੀ, ਉਹਨਾਂ ਦਾ ਉਪਦੇਸ਼ ਕੀ ਸੀ, ਇਹ ਸਾਰਾ ਅਸੀਂ ਅਖੀਰ ਦੇ ਵਿੱਚ ਲਿਖਾਂਗੇ, ਅਖੀਰਲੇ ਪੈਰੇ ਦੇ ਵਿੱਚ। ਇਸ ਤਰ੍ਹਾਂ ਸਾਡਾ ਜਿਹੜਾ ਲੇਖ ਹੈ ਉਹ ਬਿਲਕੁਲ ਇੱਕ ਤਰਤੀਬ ਦੇ ਵਿੱਚ ਹੋਏਗਾ। ਉਹਦੇ ਵਿੱਚ ਮਹਾਂਪੁਰਸ਼ਾਂ ਦੇ ਹਵਾਲੇ ਵੀ ਹੋਣਗੇ। ਤੁਸੀਂ ਇਸ ਨੂੰ ਛੋਟੇ ਵਾਕਾਂ ਵਿੱਚ ਵਿਸ਼ੇ ਅਨੁਸਾਰ ਲਿਖਣਾ ਹੈ। ਹਾਂਜੀ, ਇਹ ਲੇਖ ਤੁਸੀਂ ਆਪ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਹੈਡਿੰਗ ਜਿਹੜੇ ਪੈਰਿਆਂ ਦੇ ਸੀ ਉਹ ਮੈਂ ਤੁਹਾਨੂੰ ਦੱਸ ਦਿੱਤੇ ਨੇ। ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਕਾਰੀ ਤੁਸੀਂ ਕਿਤੋਂ ਵੀ ਪ੍ਰਾਪਤ ਕਰ ਸਕਦੇ ਹੋ, ਕਿਸੇ ਬੁੱਕ ਤੋਂ, ਮਾਤਾ ਪਿਤਾ ਤੋਂ, ਇੰਟਰਨੈਟ ਤੋਂ। ਕੋਸ਼ਿਸ਼ ਇਹ ਲੇਖ ਤੁਸੀਂ ਆਪਣੀ ਕਾਪੀ ਵਿੱਚ ਲਿਖਣਾ ਹੈ। ਧੰਨਵਾਦ।